ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਸਾਡਾ ਅੱਜ ਦਾ ਵਿਸ਼ਾ ਹੈ ਗੁਰੂ ਸਿੱਖ ਦੇ ਜੀਵਨ ਦੇ ਵਿੱਚ ਮਹਾਮਾਰੀ ਦਾ ਸਥਾਨ। ਸੰਗਤ ਜੀ, ਸਾਡੇ ਲਈ ਅਜੋਕੇ ਮਾਹੌਲ ਨੂੰ ਵੇਖਦਿਆਂ ਹੋਇਆਂ ਅੱਜ ਦਾ ਜੋ ਵਿਸ਼ਾ ਹੈ ਉਹ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ। ਦਾਤਾ ਜੀ ਮਿਹਰ ਕਰਨ, ਅਸੀਂ ਇਸ ਦੇ ਵਿਚਾਰ ਕਰ ਸਕੀਏ। ਸੰਗਤ ਜੀ, ਭੈ ਰਚ ਰਹੇ ਸੋ ਨਿਰਭਉ ਹੋਏ, ਜੈਸਾ ਸੇਵੇ ਤੈਸੋ ਹੋਏ। ਪਾਤਸ਼ਾਹ ਕਹਿੰਦੇ ਨੇ, ਜਿਸ ਨੂੰ ਤੁਸੀਂ ਸਿਮਰਦੇ ਹੋ, ਜਿਸ ਨੂੰ ਤੁਸੀਂ ਯਾਦ ਕਰਦੇ ਹੋ, ਜਿਸ ਦੀ ਤੁਸੀਂ ਬੰਦਗੀ ਕਰਦੇ ਹੋ, ਜਿਸ ਦੀ ਤੁਸੀਂ ਭਗਤੀ ਕਰਦੇ ਹੋ, ਜਿਸ ਨੂੰ ਤੁਸੀਂ ਵਾਰ-ਵਾਰ ਪੜ੍ਹਦੇ ਹੋ, ਸੁਣਦੇ ਹੋ, ਭਾਵ ਜੋ ਵਾਰ-ਵਾਰ ਤੁਹਾਡੇ ਜ਼ਿਹਨ ਵਿੱਚ ਚੱਲਦਾ ਹੈ, ਤੁਸੀਂ ਵੈਸੇ ਹੀ ਬਣ ਜਾਂਦੇ ਹੋ। ਜਾਂ ਸੰਗਤ ਜੀ, ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਿਸ ਨੂੰ ਅਸੀਂ ਵਾਰ-ਵਾਰ ਮਨਨ ਕਰਦੇ ਹਾਂ, ਜਿਸ ਦਾ ਵਾਰ-ਵਾਰ ਅਸੀਂ ਚਿੰਤਨ ਕਰਦੇ ਹਾਂ, ਉਹ ਚੀਜ਼ ਸਾਡੇ ਅੰਦਰ ਆਣੀ ਸ਼ੁਰੂ ਹੋ ਜਾਂਦੀ ਹੈ। ਸੰਗਤ ਜੀ, ਦੋ ਸ਼ਬਦ ਨੇ, ਇੱਕ ਹੈ ਚਿੰਤਨ, ਇੱਕ ਹੈ ਚਿੰਤਾ। ਅਗਰ ਅਸੀਂ ਇੱਕ ਐਂਗਲ ਨਾਲ ਵੇਖਦੇ ਹਾਂ ਤੇ ਇਹ ਦੋਨੋਂ ਸ਼ਬਦ ਚਿੰਤਾ ਅਤੇ ਚਿੰਤਨ ਦੋਨਾਂ ਵਿੱਚ ਬੜਾ ਗਹਿਰਾ ਸੰਬੰਧ ਹੈ। ਦੋਨੋਂ ਇੱਕ ਦੂਸਰੇ ਦੇ ਕਾਫੀ ਨੇੜੇ ਨੇ, ਕਾਫੀ ਨਜ਼ਦੀਕ ਨੇ, ਸਿਮਿਲਰ ਨੇ। ਪਰ ਜੇ ਅਸੀਂ ਦੂਸਰੇ ਐਂਗਲ ਤੋਂ ਵੇਖਦੇ ਹਾਂ ਤੇ ਇਹਨਾਂ ਵਿੱਚ ਆਪਸੀ ਬੜੀ ਵਿਰੋਧਤਾ ਵੀ ਹੈ। ਇਸ ਦੋਨਾਂ ਦੇ ਵਿੱਚ ਜ਼ਮੀਨ ਅਤੇ ਅਸਮਾਨ ਦਾ ਅੰਤਰ ਹੈ। ਸੰਗਤ ਜੀ, ਹੁਣ ਉਹ ਦੋਵੇਂ ਨੇੜੇ ਕੈਸੇ ਨੇ, ਨੇੜੇ ਕਿਵੇਂ ਨੇ? ਇਹਨਾਂ ਦੀ ਨਜ਼ਦੀਕੀ ਇਸ ਗੱਲ 'ਤੇ ਹੈ ਕਿ ਇਹਨਾਂ ਦੋਨਾਂ ਦੇ ਅੰਦਰ ਹੀ ਮਨਨ ਕੀਤਾ ਜਾਂਦਾ ਹੈ, ਚਿੰਤਨ ਕੀਤਾ ਜਾਂਦਾ ਹੈ। ਕਿਸੇ ਇੱਕ ਵਿਅਕਤੀ, ਕਿਸੇ ਇੱਕ ਵਿਸ਼ੇਸ਼ ਵਸਤੂ ਜਾਂ ਕਿਸੇ ਇੱਕ ਚੀਜ਼ ਨੂੰ ਲੈ ਕੇ ਵਾਰ-ਵਾਰ ਚਿੰਤਨ ਕਰਨਾ ਚਿੰਤਾ, ਤੇ ਵਾਰ-ਵਾਰ ਚਿੰਤਾ ਕਰਨਾ, ਵਾਰ-ਵਾਰ ਮਨਨ ਕਰਨਾ ਚਿੰਤਨ। ਤੇ ਹੁਣ ਸੰਗਤ ਜੀ, ਇਹਨਾਂ ਦੋਨਾਂ ਦੇ ਵਿੱਚ ਆਪਸੀ ਵਿਰੋਧਤਾ ਅਤੇ ਜ਼ਮੀਨ ਅਸਮਾਨ ਦਾ ਅੰਤਰ ਕਿਵੇਂ ਹੈ? ਸੰਗਤ ਜੀ, ਚਿੰਤਨ ਦੇ ਅੰਦਰ ਚਿੰਤਨ ਦਾ ਜੋ ਮੇਨ ਜੋ ਰੂਟ ਹੈ ਉਹ ਹੈ ਪਰਮਾਤਮਾ। ਜਦੋਂ ਅਸੀਂ ਵਾਰ-ਵਾਰ ਸਕਾਰਾਤਮਕ ਪੋਜ਼ਿਟਿਵ ਸੋਚਦੇ ਹਾਂ, ਸਕਾਰਾਤਮਕ ਸੋਚਦੇ ਹਾਂ, ਵਾਰ-ਵਾਰ ਚੰਗਾ ਸੋਚਦੇ ਹਾਂ, ਵਾਰ-ਵਾਰ ਪਰਮਾਤਮਾ ਦੇ ਨਾਮ ਦਾ ਮਨਨ ਕਰਦੇ ਹਾਂ, ਉਸ ਨੂੰ ਕਹਿੰਦੇ ਨੇ ਚਿੰਤਨ। ਤੇ ਸੰਗਤ ਜੀ, ਚਿੰਤਾ ਦਾ ਮੇਨ ਰੂਟ ਹੈ ਡਰ। ਜਦੋਂ ਅਸੀਂ ਵਾਰ-ਵਾਰ ਨੈਗੇਟਿਵ ਸੋਚਦੇ ਹਾਂ, ਨਕਾਰਾਤਮਕ ਸੋਚਦੇ ਹਾਂ, ਵਾਰ-ਵਾਰ ਕਿਸੇ ਭੈ ਨੂੰ ਆਪਣੇ ਅੰਦਰ ਮਨਨ ਕਰਦੇ ਹਾਂ, ਉਸ ਨੂੰ ਕਹਿੰਦੇ ਨੇ ਚਿੰਤਾ। ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਕਿ ਜਿਹੜੀ ਚੀਜ਼ ਤੁਹਾਡੇ ਅੰਦਰ ਚਲਦੀ ਹੈ, ਜਿਸ ਦਾ ਤੁਸੀਂ ਵਾਰ-ਵਾਰ ਮਨਨ ਕਰਦੇ ਹੋ, ਜਿਸ ਦੇ ਨੂੰ ਤੁਸੀਂ ਵਾਰ-ਵਾਰ ਚੇਤੇ ਕਰਦੇ ਹੋ, ਤੁਸੀਂ ਜਿਹੜੇ ਹੈ ਉਸੇ ਤਰ੍ਹਾਂ ਹੀ ਬਣ ਜਾਂਦੇ ਹੋ। ਯਾਨੀ ਜਿਸ ਦਾ ਤੁਸੀਂ ਵਾਰ-ਵਾਰ ਜਿਸ ਤਰ੍ਹਾਂ ਵੀ ਚਿੰਤਨ ਕਰਦੇ ਹੋ, ਮਨਨ ਕਰਦੇ ਹੋ ਜਿਸ ਚੀਜ਼ ਦਾ, ਤੁਸੀਂ ਉਸੇ ਤਰ੍ਹਾਂ ਹੀ ਢਲ ਜਾਂਦੇ ਹੋ, ਉਸੇ ਤਰ੍ਹਾਂ ਹੀ
ਬਣ ਜਾਂਦੇ ਹੋ। ਹੁਣ ਸੰਗਤ ਜੀ, ਜੋ ਕਰੋਨਾ ਵਾਇਰਸ ਹੈ ਜਾਂ ਜਿਹੜੀ ਇਹ ਬਿਮਾਰੀ ਜੋ ਅੱਜ ਚੱਲ ਰਹੀ ਹੈ, ਅਸੀਂ ਇਸ ਦੇ ਬਾਰੇ ਅਸੀਂ ਰੋਜ਼-ਰੋਜ਼ ਪੜ੍ਹਦੇ ਹਾਂ, ਵਾਰ-ਵਾਰ ਸੁਣਦੇ ਹਾਂ, ਮੀਡੀਆ ਦੇ ਵਿੱਚ, ਟੀਵੀ ਦੇ ਵਿੱਚ, ਨਿਊਜ਼ਪੇਪਰ ਦੇ ਵਿੱਚ ਵੇਖਦੇ ਹਾਂ, ਜੋ ਸੁਭਾਵਿਕ ਹੈ ਸਾਡੀ ਚਿੰਤਨ ਦਾ ਵਿਸ਼ਾ ਬਣੇਗਾ। ਸੰਗਤ ਜੀ, ਜੇਕਰ ਅਸੀਂ ਇਸ ਦਾ ਚਿੰਤਨ ਕਰਦੇ ਰਹਾਂਗੇ ਤੇ ਪਾਤਸ਼ਾਹ ਕਹਿੰਦੇ ਨੇ, ਜੈਸਾ ਸੇਵੇ ਤੈਸੋ ਹੋਏ। ਜੇਕਰ ਅਸੀਂ ਇਸ ਦੇ ਭੈ ਦੇ ਵਿੱਚ ਆ ਗਏ ਜਾਂ ਇਸ ਦੇ ਡਰ ਵਿੱਚ ਆ ਗਏ ਤਾਂ ਇਹ ਚੀਜ਼ ਵੀ ਜਿਹੜੀ ਹੈ ਸਾਡੇ ਅੰਦਰ ਆਣੀ ਸ਼ੁਰੂ ਹੋ ਜਾਏਗੀ। ਇਹ ਇੱਕ ਸੁਭਾਵਿਕ ਹੈ। ਭੈ ਵਿੱਚ ਰਹੇ ਸੋ ਨਿਰਭਉ ਹੋਏ, ਜੈਸਾ ਸੇਵੇ ਤੈਸਾ ਹੋਏ। ਸੇਵੇ ਦਾ ਅਰਥ ਹੈ ਕਿਸੇ ਚੀਜ਼ ਨੂੰ ਬਾਰ-ਬਾਰ ਸੁਣਨਾ, ਬਾਰ-ਬਾਰ ਪੜ੍ਹਨਾ, ਕਿਸੇ ਚੀਜ਼ ਦਾ ਬਾਰ-ਬਾਰ ਮਨਨ ਕਰਨਾ, ਕਿਸੇ ਚੀਜ਼ ਦਾ ਬਾਰ-ਬਾਰ ਚਿੰਤਨ ਕਰਨਾ, ਕਿਉਂਕਿ ਹਰ ਵਕਤ ਇਹ ਚੀਜ਼ ਸਾਡੇ ਅੰਦਰ ਲਗਾਤਾਰ ਚਲਦੀ ਜਾ ਰਹੀ ਹੈ, ਚੱਲ ਰਹੀ ਹੈ, ਸਾਡੇ ਮਨ ਵਿੱਚ ਅੰਦਰ ਉਹ ਫਿੱਟ ਵੀ ਹੋ ਰਹੀ ਹੈ। ਸੰਗਤ ਜੀ, ਇਹ ਗੱਲ ਸਾਨੂੰ ਚੰਗੀ ਤਰ੍ਹਾਂ ਸਮਝ ਆ ਜਾਏ। ਇੱਕ ਛੋਟਾ ਜਿਹਾ ਐਗਜ਼ਾਮਪਲ ਲੈਂਦੇ ਹਾਂ ਇੱਥੇ ਅਸੀਂ। ਕਹਿੰਦੇ ਨੇ ਕਿ ਇੱਕ ਵਾਰੀ ਇੱਕ ਕਾਲੀ ਛਾਂ, ਜਿਹਨੂੰ ਤੁਸੀਂ ਕੋਈ ਬਿਮਾਰੀ ਵੀ ਕਹਿ ਸਕਦੇ ਹੋ, ਇੱਕ ਨਗਰ ਦੇ ਵਿੱਚ ਪ੍ਰਵੇਸ਼ ਕਰਦੀ ਪਈ ਸੀ। ਉਸ ਨਗਰ ਦੇ ਬਾਹਰ ਇੱਕ ਫਕੀਰ ਬੈਠਾ ਹੋਇਆ ਸੀ। ਉਸ ਫਕੀਰ ਨੇ ਉਸ ਬਿਮਾਰੀ ਨੂੰ ਪੁੱਛਿਆ ਕਿ ਤੂੰ ਕੌਣ ਹੈ? ਉਸਨੇ ਕਿਹਾ, ਮੈਂ ਇੱਕ ਮਹਾਮਾਰੀ ਹਾਂ। ਤੇ ਉਹ, ਤੂੰ ਕੀ ਕਰਨ ਆਈ ਹੈ? ਫਕੀਰ ਨੇ ਪੁੱਛਿਆ। ਉਹ ਕਹਿੰਦੀ, ਮੈਨੂੰ ਇੱਥੇ 500 ਬੰਦਿਆਂ ਦੀ ਇਸ ਨਗਰ ਦੇ ਵਿੱਚ ਜਾਨ ਚਾਹੀਦੀ ਹੈ। ਮੈਂ 500 ਬੰਦਿਆਂ ਨੂੰ ਇਸ ਨਗਰ ਦੇ ਵਿੱਚ ਮਾਰਨ ਆਈ ਹਾਂ। ਸੰਗਤ ਜੀ, ਉਸ ਫਕੀਰ ਨੇ ਕਿਹਾ, ਠੀਕ ਹੈ, ਚਲੀ ਜਾ, ਤੂੰ ਆਪਣਾ ਕੰਮ ਕਰ। ਉਹ ਨਗਰ ਦੇ ਵਿੱਚ ਪ੍ਰਵੇਸ਼ ਹੋ ਗਈ। ਉਹ ਨਗਰ ਦੇ ਵਿੱਚ ਪ੍ਰਵੇਸ਼ ਹੁੰਦੀ ਹੈ। ਉਸਨੇ ਆਪਣਾ ਅਸਰ ਵੀ ਦਿਖਾਣਾ ਸ਼ੁਰੂ ਕੀਤਾ। ਲੋਕ ਮਰਨੇ ਸ਼ੁਰੂ ਹੋ ਗਏ। ਪਰ ਹੋਇਆ ਕਿ 500 ਦੀ ਜਗ੍ਹਾ 5000 ਲੋਕ ਇਸ ਤੋਂ ਪ੍ਰਭਾਵਿਤ ਹੋ ਗਏ। 5000 ਲੋਕਾਂ ਦੀ ਜਾਨ ਚਲੀ ਗਈ। ਜਦੋਂ ਉਹ ਵਾਪਸ ਜਾ ਰਹੀ ਸੀ ਤੇ ਫਕੀਰ ਨੇ ਉਸਨੂੰ ਬੋਲਿਆ, ਬਈ ਤੂੰ ਝੂਠ ਕਿਉਂ ਬੋਲਿਆ ਸੀ? ਤੂੰ ਤਾਂ ਕਹਿ ਰਹੀ ਸੀ 500 ਬੰਦੇ ਮਾਰਨ ਆਈ ਆ, ਇੱਥੇ ਤੇ 500 ਬੰਦੇ ਪ੍ਰਭਾਵਿਤ ਹੋ ਗਏ ਨੇ, ਤਾਂ ਤੈਨੂੰ ਝੂਠ ਬੋਲਣ ਦੀ ਜ਼ਰੂਰਤ ਕੀ ਸੀ? ਸੋ ਸੰਗਤ ਜੀ, ਉਸ ਮਹਾਮਾਰੀ ਨੇ ਇੱਕ ਗੱਲ ਕਹੀ ਕਿ ਮੈਂ ਤਾਂ 500 ਬੰਦੇ ਹੀ ਮਾਰਨ ਆਈ ਸੀ, 4500 ਜਿਹੜੇ ਬੰਦੇ ਨੇ ਉਹ ਤਾਂ ਡਰ ਨਾਲ ਮਰ ਗਏ ਨੇ, ਮੈਂ ਤਾਂ ਸਿਰਫ 500 ਨੂੰ ਹੀ ਮਾਰਿਆ ਹੈ। ਸੋ ਸੰਗਤ ਜੀ, ਇਸ ਬਿਮਾਰੀ ਨਾਲੋਂ ਇਸ ਬਿਮਾਰੀ ਦਾ ਜਿਹੜਾ ਭੈ ਹੈ, ਜੋ ਡਰ ਹੈ, ਜੋ ਦਹਿਸ਼ਤ ਹੈ, ਉਹ ਜ਼ਿਆਦਾ ਹੈ। ਕਿਉਂਕਿ ਅਸੀਂ ਵਾਰ-ਵਾਰ ਇਸੇ ਨੂੰ ਹੀ ਹਰ ਰੋਜ਼ ਪੜ੍ਹਦੇ ਜਾ ਰਹੇ ਹਾਂ। ਸਾਡਾ ਮੋਬਾਈਲ, ਸਾਡਾ ਮੀਡੀਆ, ਸਾਡਾ ਸਵੇਰੇ ਸ਼ਾਮ ਸਾਨੂੰ ਬਸ ਇਹੀ ਕੁਛ ਦਿਖਾ ਰਿਹਾ, ਅਸੀਂ ਇਹੀ ਕੁਛ ਵੇਖਦੇ ਹਾਂ। ਫਿਰ ਇਸ ਦਾ ਭੈ ਕਰਦੇ ਹਾਂ, ਡਰਦੇ ਹਾਂ। ਪਾਤਸ਼ਾਹ ਤੇ ਪਹਿਲੇ ਹੀ ਕਹਿ ਰਹੇ ਨੇ, ਭੈ ਰਚ ਰਹੇ ਸੋ ਨਿਰਭਉ ਹੋਏ। ਸੰਗਤ ਜੀ, ਨੈਗੇਟਿਵ ਜਿਹੜੀ ਅਪਰੋਚ ਹੈ ਉਹ ਸਾਡੇ ਵਿੱਚ ਜ਼ਿਆਦਾ ਹੈ। ਉਸ ਦਾ ਅਸਰ ਸਾਡੇ ਵਿੱਚ ਜ਼ਿਆਦਾ ਹੈ ਪੋਜ਼ਿਟਿਵ ਨਾਲੋਂ। ਸੋ ਸੰਗਤ ਜੀ, ਇੱਕ ਗੁਰਸਿੱਖ ਨੇ ਜੋ ਹੈ ਉਹ ਡਰਨਾ ਨਹੀਂ ਹੈ, ਸਗੋਂ ਸੁਚੇਤ ਹੋਣਾ ਹੈ। ਤੇ ਡਰ ਤੋਂ ਮੁਕਤੀ ਦੇ ਲਈ ਗੁਰਸਿੱਖ ਦੇ ਲਈ ਇੱਕੋ ਹੀ ਸਿਰਫ ਸਾਧਨ ਹੈ, ਇੱਕੋ ਹੀ ਜ਼ਰੀਆ ਹੈ ਜਿਸ ਤੋਂ ਇੱਕ ਗੁਰੂ ਕਾ ਸਿੱਖ ਮੁਕਤ ਹੋ ਸਕਦਾ ਹੈ ਡਰ ਤੋਂ। ਉਹ ਹੈ ਕਿ ਅਸੀਂ ਸਿਮਰਨ ਕਰੀਏ, ਜਿੰਨਾ ਵੀ ਹੋ ਸਕੇ ਬਾਣੀ ਪੜ੍ਹੀਏ, ਭਲੇ ਵਾਸਤੇ ਅਰਦਾਸ ਕਰੀਏ, ਨਿਰਭਉ ਜਪੇ ਸਗਲ ਭਉ ਮਿਟੇ। ਸੰਗਤ ਜੀ, ਗੁਰੂ ਕੇ ਸਿੱਖ ਨੂੰ ਚਾਹੀਦਾ ਹੈ ਕਿ ਆਪਣੇ ਅੰਦਰੋਂ
ਨੈਗੇਟਿਵ ਅਪਰੋਚ ਨੂੰ ਆਪਣੇ ਵਿੱਚੋਂ ਦੂਰ ਕਰੇ ਔਰ ਪੋਜ਼ਿਟਿਵ ਸੋਚੇ। ਸੰਗਤ ਜੀ, ਦਿੱਕਤਾਂ ਆਉਂਦੀਆਂ ਨੇ, ਪਰੇਸ਼ਾਨੀਆਂ ਵੀ ਆਉਂਦੀਆਂ ਨੇ, ਮਹਾਂਮਾਰੀਆਂ ਵੀ ਆਉਂਦੀਆਂ ਨੇ। ਇਹ ਪਹਿਲੇ ਵੀ ਸੀ, ਹੁਣ ਵੀ ਨੇ ਔਰ ਆਉਂਦੀਆਂ ਵੀ ਰਹਿਣਗੀਆਂ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਦਿੱਤਾ ਹੈ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਭਾਵ ਜੋ ਆਂਦਾ ਹੈ ਉਸ ਨੂੰ ਕਬੂਲ ਕਰਨਾ ਹੈ, ਉਸ ਨੂੰ ਪ੍ਰਵਾਨ ਕਰਨਾ ਹੈ। ਚਿੰਤਾ ਨਹੀਂ ਕਰਨੀ, ਸਗੋਂ ਚਿੰਤਨ ਕਰਨਾ ਹੈ ਉਸ ਸੱਚੇ ਪਰਮਾਤਮਾ ਦੇ ਨਾਮ ਦਾ। ਜੇ ਅਸੀਂ ਇਸ ਤਰ੍ਹਾਂ ਕਰਾਂਗੇ ਤੇ ਸਾਡਾ ਪਰਮਾਤਮਾ ਜਿਹੜਾ ਹੈ ਉਹ ਆਪ ਸਹਾਈ ਬਣੇਗਾ, ਆਪ ਸਹਾਈ ਹੋਏਗਾ। ਸੰਗਤ ਜੀ, ਜਿੰਨੀ ਕੁ ਨਿਮਾਣੀ ਸਮਝ ਸੀ, ਇਹ ਕਰੰਟ ਵਿਸ਼ਾ ਹੈ, ਉਸ 'ਤੇ ਮੈਂ ਵਿਚਾਰ ਕਰ ਪਾਇਆ ਹਾਂ। ਵਿਚਾਰ ਕਰਦਿਆਂ ਸੰਗਤ ਜੀ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਭੁੱਲਾਂ ਨੂੰ ਮਾफ़ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।